ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮੈਂ ਤੁਹਾਡੇ ਲਈ ਇੰਟਰਸਟਿੰਗ ਐਂਡ ਐਕਸਾਈਟਿੰਗ ਵੀਡੀਓ ਲੈ ਕੇ ਆਈ ਹਾਂ ਜਿਹੜੀ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ, क्योंकि ਤੁਹਾਨੂੰ पता है तुसी चाहे किसी भी सेंटर लैवल एग्जाम की तैयारी कर रहे हो ਜਾਂ फिर किसी स्टेट लैवल एग्जाम की तैयारी कर रहे हो। 1857 ईस्वी का विद्रोह ਤੁਹਾਡੇ ਲਈ हरेक कंपीटेटिव एग्जाम के पॉइंट ऑफ व्यू तो इंपॉर्टेंट आ ते इस वीडियो ਨੂੰ देखण तो बाद यकीन मन्नियो ਤੁਸੀਂ ਆਪਣੇ ਆਪ ਇਸ ਦੇ MCQ ਦਾ ਆਨਸਰ ਦੋਗੇ, क्योंकि पहला मैं ਤੁਹਾਨੂੰ 1857 ईस्वी ਦੇ ਵਿਦਰੋਹ ਦੀ ਪੂਰੀ ਕਹਾਣੀ ਦੱਸਣਾ ਚਾਹੁੰਦੀ ਆ ਕਿ ਕਿੱਥੋਂ ਗੱਲ ਸ਼ੁਰੂ ਹੋਈ ਤੇ ਕਿੱਥੇ ਜਾ ਕੇ ਖਤਮ ਹੋਈ, ਕੀ ਇਸ ਦੇ ਨਤੀਜੇ ਨਿਕਲੇ, ਕਿਵੇਂ 1857 ਤੇ 58 ਦੇ ਵਿੱਚ ਵਿਦਰੋਹ ਆ ਜਿਹੜਾ ਇੰਨੇ ਟਾਈਮ ਚੱਲਦਾ ਰਿਹਾ ਤੇ ਕਿਉਂ ਇਸ ਨੂੰ ਸੁਤੰਤਰਤਾ ਦਾ ਪਹਿਲਾ ਯੁੱਧ ਮੰਨਿਆ ਜਾਂਦਾ ਹੈ। ਇਹ ਸਾਰਾ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਵਾਲੇ ਆ। ਸੋ ਮੈਂ ਇੱਕ ਵਾਰ ਫਿਰ ਤੋਂ ਕਹਿਣਾ ਚਾਹੁੰਦੀ ਆ ਕਿ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਜੀਕੇ ਦੇ ਪੁਆਇੰਟ ਆਫ व्यू तो 1857 ਦਾ ਵਿਦਰੋਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਟੌਪਿਕ ਆ। ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ 2 MCQ ਇਸ ਟੌਪਿਕ ਦੇ ਵਿੱਚੋਂ ਪੁੱਛੇ ਜਾਂਦੇ ਆ, ਤਾਂ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਿਓ क्योंकि ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਪਹਿਲਾਂ ਅਸੀਂ ਪੂਰੀ ਦੀ ਪੂਰੀ ਸਟੋਰੀ ਡਿਸਕਸ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਉਹ ਵਾਲੇ MCQ ਕਵਰ ਕਰਾਂਗੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ। 18ਵੀਂ ਸਦੀ ਦੇ ਅੱਧ ਤੋਂ ਹੀ ਸਿਰਾਜੁਦੌਲਾ ਦੀ ਤਰ੍ਹਾਂ ਰਾਜਿਆਂ ਤੇ ਨਵਾਬਾਂ ਦੀ ਤਾਕਤ ਖੋਹੀ ਜਾਣ ਲੱਗੀ। ਉਹਨਾਂ ਦੀ ਪਰਜਾ ਅਤੇ ਸਨਮਾਨ ਦੋਵੇਂ ਖਤਮ ਹੁੰਦੇ ਜਾ ਰਹੇ ਸੀ। ਬਹੁਤ ਸਾਰੇ ਦਰਬਾਰਾਂ ਵਿੱਚ ਰੈਜ਼ੀਡੈਂਟ ਬਣਾਏ ਗਏ। ਸੈਨਾਨੀ ਸ਼ਾਸਕਾਂ ਦੀ ਸੁਤੰਤਰਤਾ ਘਟਦੀ ਜਾ ਰਹੀ ਸੀ। ਉਹਨਾਂ ਦੀ ਸੈਨਿਕ ਸ਼ਕਤੀ ਨੂੰ ਵੀ ਭੰਗ ਕੀਤਾ ਜਾ ਰਿਹਾ ਸੀ। ਉਹਨਾਂ ਦੇ ਰਾਜਾਂ ਦਾ ਇੱਕ ਕਰਕੇ ਇਲਾਕਾ ਅਤੇ ਵਸੂਲੀ ਦੇ ਅਧਿਕਾਰ ਆ ਜਿਹੜੇ ਖਤਮ ਕੀਤੇ ਜਾ ਰਹੇ ਸੀ। ਬਹੁਤ ਸਾਰੇ ਰਾਜਾਂ ਦੇ ਸ਼ਾਸਕਾਂ ਨੇ ਆਪਣੇ ਹਿੱਤਾਂ ਦੀ ਰੱਖਿਆ ਲਈ ਕੰਪਨੀ ਦੇ ਨਾਲ ਗੱਲਬਾਤ ਵੀ ਕੀਤੀ। ਫੋਰ ਐਗਜ਼ਾਮਪਲ ਜਿਵੇਂ ਝਾਂਸੀ ਦੀ ਰਾਣੀ ਲక్ష్ਮੀ ਬਾਈ, ਉਹ ਵੀ ਚਾਹੁੰਦੇ ਸਨ ਕਿ ਉਹਨਾਂ ਦੀ ਕੰਪਨੀ ਆ ਜਿਹੜੀ ਉਹਨਾਂ ਦੇ ਪਤੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਗੋਦ ਲਏ ਬੇਟੇ ਨੂੰ ਰਾਜਾ ਮੰਨ ਲੈਣ। ਤੇ ਨਾਨਾ ਸਾਹਿਬ ਉਹਨਾਂ ਨੇ ਵੀ ਕੰਪਨੀ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਿਤਾ ਨੂੰ ਪੈਨਸ਼ਨ ਮਿਲਦੀ ਸੀ ਜੋ ਉਹ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਮਿਲਣ ਲੱਗੇ। ਪਰ ਜਿਹੜੇ ਅੰਗਰੇਜ਼ ਸੀ ਆਪਣੀ ਸੈਨਿਕ ਤਾਕਤ ਦੇ ਨਸ਼ੇ ਵਿੱਚ ਕੰਪਨੀ ਨੇ ਆਪਣੀ ਇਨ੍ਹਾਂ ਲੋਕਾਂ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ। ਅਵਧ ਦੀ ਰਿਆਸਤ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਜਾਣ ਵਾਲੀ ਆਖਰੀ ਰਿਆਸਤ ਵਿੱਚੋਂ ਇੱਕ ਸੀ। ਗੱਲ ਸ਼ੁਰੂ ਕਰਦੇ ਹਾਂ 1801 ਤੋਂ। 1801 ਵਿੱਚ ਅਵਧ ਤੇ ਇੱਕ ਸਹਾਇਕ ਸੰਧੀ ਹੋਈ ਜੋ ਕਿ ਉਹਦੇ ਉੱਤੇ ਥੋਪ ਹੀ ਦਿੱਤੀ ਗਈ ਸੀ। 1856 ਵਿੱਚ ਅੰਗਰੇਜ਼ਾਂ ਨੇ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਗਵਰਨਰ ਜਨਰਲ ਡਲਹੌਜੀ ਨੇ ਐਲਾਨ ਕਰ ਦਿੱਤਾ ਕਿ ਰਿਆਸਤ ਦਾ ਸ਼ਾਸਨ ਠੀਕ ਤਰ੍ਹਾਂ ਨਹੀਂ ਚੱਲ ਰਿਹਾ, ਇਸ ਲਈ ਰਿਆਸਤ ਨੂੰ ਸਹੀ ਢੰਗ ਨਾਲ ਚਲਾਉਣ ਲਈ ਬ੍ਰਿਟਿਸ਼ ਪ੍ਰਬੰਧ ਜ਼ਰੂਰੀ ਆ। ਜਾਣੀ ਕਿ ਅੰਗਰੇਜ਼ ਆਪਣੀ ਰਿਆਸਤ ਚਲਾਉਣਾ ਚਾਹੁੰਦੇ ਸੀ ਸਾਰੇ ਹੀ ਭਾਰਤ ਤੇ। ਕੰਪਨੀ ਨੇ ਮੁਗਲਾਂ ਦੇ ਸ਼ਾਸਨ ਖਤਮ ਕਰਨ ਲਈ ਕਈ ਯੋਜਨਾਵਾਂ ਵੀ ਬਣਾਈਆਂ। ਹੁਣ ਕੰਪਨੀ ਦੁਆਰਾ ਜਾਰੀ ਕੀਤੇ ਗਏ ਸਿੱਕਿਆਂ ਤੋਂ ਮੁਗਲ ਬਾਦਸ਼ਾਹ ਦਾ ਨਾਮ ਵੀ ਹਟਾ ਦਿੱਤਾ ਗਿਆ। 1849 ਦੇ ਵਿੱਚ ਫਿਰ ਗਵਰਨਰ ਜਨਰਲ ਡਲਹੌਜੀ ਨੇ ਐਲਾਨ ਕੀਤਾ ਕਿ ਬਹਾਦਰ ਸ਼ਾਹ ਜ਼ਫਰ ਦੀ ਮੌਤ ਤੋਂ ਬਾਅਦ ਬਾਦਸ਼ਾਹ ਦੇ ਪਰਿਵਾਰ ਨੂੰ ਲਾਲ ਕਿਲੇ ਤੋਂ ਕੱਢ ਕੇ ਉਹਨਾਂ ਨੂੰ ਦਿੱਲੀ ਵਿੱਚ ਕਿਤੇ ਹੋਰ ਵਸਾਇਆ ਜਾਵੇਗਾ। 1856 ਦੇ ਵਿੱਚ ਗਵਰਨਰ ਜਨਰਲ ਕੈਨਿੰਗ ਨੇ ਫੈਸਲਾ ਕੀਤਾ ਕਿ ਬਹਾਦਰ ਸ਼ਾਹ ਜ਼ਫਰ ਆਖਰੀ ਮੁਗਲ ਬਾਦਸ਼ਾਹ ਹੋਣਗੇ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਵੰਸ਼ ਵਿੱਚੋਂ ਕੋਈ ਵੀ ਬਾਦਸ਼ਾਹ ਨਹੀਂ ਮੰਨਿਆ ਜਾਵੇਗਾ। ਉਹਨਾਂ ਨੂੰ ਕੇਵਲ ਰਾਜਕੁਮਾਰ ਦੇ ਰੂਪ ਵਿੱਚ ਹੀ ਮਾਨਤਾ ਮਿਲੇਗੀ। ਇਸ ਤਰ੍ਹਾਂ ਅੰਗਰੇਜ਼ਾਂ ਨੇ ਇੱਕ ਕਰਕੇ ਰਿਆਸਤਾਂ ਜਿਹੜੀਆਂ ਖਤਮ ਕਰ ਦਿੱਤੀਆਂ ਅਤੇ ਸਾਰੇ ਸਾਮਰਾਜਾਂ ਦਾ ਅੰਤ ਕਰ ਦਿੱਤਾ ਅਤੇ ਆਪਣਾ ਬ੍ਰਿਟਿਸ਼ ਸਾਮਰਾਜ ਪੂਰੇ ਭਾਰਤ ਦੇ ਵਿੱਚ ਸਥਾਪਿਤ ਕਰ ਲਿਆ। ਹੁਣ ਗੱਲ ਕਰਦੇ ਹਾਂ ਪਿੰਡਾਂ ਵਿੱਚ ਕਿਸਾਨ ਅਤੇ ਜ਼ਿਮੀਂਦਾਰ ਭਾਰੀ ਕਰ ਵਸੂਲੀ ਤੋਂ ਸਖਤ ਪਰੇਸ਼ਾਨ ਸੀ। ਬਹੁਤ ਸਾਰੇ ਲੋਕ ਮਹਾਜਨਾਂ ਤੋਂ ਲਿਆ ਕਰਜ਼ਾ ਨਹੀਂ ਵਾਪਸ ਕਰ ਪਾ ਰਹੇ ਸੀ। ਇਸ ਦੇ ਕਾਰਨ ਉਹਨਾਂ ਦੀਆਂ ਪੀੜ੍ਹੀਆਂ ਪੁਰਾਣੀਆਂ ਜ਼ਮੀਨਾਂ ਉਹਨਾਂ ਦੇ ਹੱਥੋਂ ਨਿਕਲ ਰਹੀਆਂ ਸੀ। ਕੰਪਨੀ ਦੇ ਤਹਿਤ ਕੰਮ ਕਰ ਰਹੇ ਭਾਰਤੀ ਸਿਪਾਹੀਆਂ ਦੇ ਅਸੰਤੁਸ਼ਟ ਹੋਣ ਦੀ ਆਪਣੀ ਵਜ੍ਹਾ ਸੀ, ਉਹ ਵੀ ਡਿਸਕਸ ਕਰਾਂਗੇ।
ਉਹ ਆਪਣੇ ਸੇਵਾ ਸ਼ਰਤਾਂ ਕਰਕੇ ਬਹੁਤ ਪਰੇਸ਼ਾਨ ਸੀ। ਕਈ ਨਵੇਂ ਨਿਯਮ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੁਖੀ ਕਰਦੇ ਸੀ। ਉਸ ਸਮੇਂ ਬਹੁਤ ਸਾਰੇ ਲੋਕ ਸਮੁੰਦਰ ਪਾਰ ਨਹੀਂ ਜਾਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸਮੁੰਦਰੀ ਯਾਤਰਾ ਤੋਂ ਧਰਮ ਅਤੇ ਜਾਤੀ ਦੋਵੇਂ ਹੀ ਖਤਮ ਹੋ ਰਹੇ ਹਨ। ਜਦ 1824 ਵਿੱਚ ਸਿਪਾਹੀਆਂ ਨੂੰ ਕੰਪਨੀ ਦੇ ਵੱਲੋਂ ਲੜਨ ਦੇ ਲਈ ਸਮੁੰਦਰ ਦੇ ਰਸਤੇ ਬਰਮਾ ਜਾਣ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਪਰ ਉਹਨਾਂ ਨੂੰ ਜ਼ਮੀਨ ਦੇ ਰਸਤੇ ਤੋਂ ਜਾਣ ਲਈ ਕੋਈ ਦਿੱਕਤ ਵੀ ਨਹੀਂ ਸੀ ਤਾਂ ਸਰਕਾਰ ਦਾ ਹੁਕਮ ਨਾ ਮੰਨਣ ਕਰਕੇ ਉਹਨਾਂ ਨੂੰ ਬਹੁਤ ਸਖਤ ਸਜ਼ਾ ਦਿੱਤੀ ਗਈ ਕਿਉਂਕਿ ਇਹ ਮੁੱਦਾ ਖਤਮ ਨਹੀਂ ਹੋਇਆ ਸੀ। ਇਸ ਲਈ 1856 ਦੇ ਵਿੱਚ ਕੰਪਨੀ ਨੂੰ ਇੱਕ ਨਵਾਂ ਕਾਨੂੰਨ ਬਣਾਉਣਾ ਪਿਆ। ਇਸ ਕਾਨੂੰਨ ਵਿੱਚ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਜੇਕਰ ਕੋਈ ਵਿਅਕਤੀ ਕੰਪਨੀ ਦੀ ਸੈਨਾ ਵਿੱਚ ਨੌਕਰੀ ਕਰੇਗਾ ਤਾਂ ਜ਼ਰੂਰਤ ਪੈਣ ਤੇ ਉਸ ਨੂੰ ਸਮੁੰਦਰ ਪਾਰ ਵੀ ਜਾਣਾ ਪੈ ਸਕਦਾ। ਇਸ ਤੋਂ ਇਲਾਵਾ ਸਿਪਾਹੀ ਪਿੰਡਾਂ ਦੇ ਹਾਲਾਤਾਂ ਤੋਂ ਵੀ ਪਰੇਸ਼ਾਨ ਸੀ। ਬਹੁਤ ਸਾਰੇ ਸਿਪਾਹੀ ਆਪ ਵੀ ਕਿਸਾਨ ਸਨ ਤੇ ਉਹ ਆਪਣਾ ਪਰਿਵਾਰ ਪਿੰਡਾਂ ਵਿੱਚ ਛੱਡ ਕੇ ਆਏ ਹੋਏ ਸੀ। ਕਿਸਾਨਾਂ ਦਾ ਗੁੱਸਾ ਸਿਪਾਹੀਆਂ ਵਿੱਚ ਫੈਲ ਗਿਆ। ਅੰਗਰੇਜ਼ਾਂ ਨੂੰ ਲੱਗਿਆ ਕਿ ਭਾਰਤੀ ਸਮਾਜ ਨੂੰ ਸੰਭਾਲਣਾ ਜ਼ਰੂਰੀ ਹੈ। ਸਤੀ ਪ੍ਰਥਾ ਨੂੰ ਉਹਨਾਂ ਨੇ ਖਤਮ ਕੀਤਾ। ਬਾਲ ਵਿਵਾਹ ਪ੍ਰਥਾ ਨੂੰ ਵਧਾਵਾ ਦਿੱਤਾ। ਅੰਗਰੇਜ਼ੀ ਭਾਸ਼ਾ ਦੀ ਸਿੱਖਿਆ ਨੂੰ ਵਧਾਵਾ ਦਿੱਤਾ। ਫਿਰ 1830 ਦੇ ਵਿੱਚ ਕੰਪਨੀ ਨੇ ਈਸਾਈ ਧਰਮ ਨੂੰ ਖੁੱਲ੍ਹ ਕੇ ਕੰਮ ਕਰਨ ਦੀ ਇਜਾਜ਼ਤ ਦਿੱਤੀ। ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ ਕਿ 1850 ਦੇ ਵਿੱਚ ਰਾਜਿਆਂ ਅਤੇ ਪ੍ਰਥਾ ਦਾ ਸੰਘਰਸ਼ ਵਿੱਚ ਕੋਈ ਵੈਸੇ ਸੰਘਰਸ਼ ਤਾਂ ਹੁੰਦਾ ਹੀ ਰਹਿੰਦਾ ਰਾਜਿਆਂ ਤੇ ਪ੍ਰਥਾ ਦੇ ਵਿੱਚ, ਕੋਈ ਨਵੀਂ ਗੱਲ ਨਹੀਂ ਸੀ, ਪਰ ਕਦੇ-ਕਦੇ ਸੰਘਰਸ਼ ਇੰਨਾ ਫੈਲ ਜਾਂਦਾ ਕਿ ਰਾਜਾਂ ਦੀ ਸ਼ਾਂਤੀ ਹੀ ਭੰਗ ਹੋ ਜਾਂਦੀ ਆ। ਭਾਰਤ ਦੇ ਉੱਤਰੀ ਭਾਗਾਂ ਦੇ ਵਿੱਚ 1857 ਦੇ ਵਿੱਚ ਇਸ ਤਰ੍ਹਾਂ ਦੀ ਹੀ ਇੱਕ ਲੜਾਈ ਹੋਈ ਕਿ ਸ਼ਾਸਨ ਦੇ 100 ਸਾਲ ਬਾਅਦ ਈਸਟ ਇੰਡੀਆ ਕੰਪਨੀ ਨੂੰ ਭਾਰੀ ਵਿਦਰੋਹ ਦਾ ਸਾਹਮਣਾ ਕਰਨਾ ਪਿਆ। 1857 ਵਿੱਚ ਸ਼ੁਰੂ ਹੋਈ ਇਸ ਬਗਾਵਤ ਨੇ ਭਾਰਤ ਵਿੱਚ ਅੰਗਰੇਜ਼ਾਂ ਦੇ ਰਾਜ ਨੂੰ ਖਤਰੇ ਦੇ ਵਿੱਚ ਪਾ ਦਿੱਤਾ। ਗੱਲ ਸ਼ੁਰੂ ਹੋਈ ਸੀ ਮੇਰਠ ਤੋਂ। ਮਈ 1857 ਦੇ ਵਿੱਚ ਸ਼ੁਰੂ ਹੋਈ ਇਸ ਬਗਾਵਤ ਨੇ ਭਾਰਤ ਵਿੱਚ ਅੰਗਰੇਜ਼ਾਂ ਦੇ ਰਾਜ ਨੂੰ ਖਤਰੇ ਵਿੱਚ ਪਾ ਦਿੱਤਾ। ਮੇਰਠ ਤੋਂ ਸ਼ੁਰੂ ਹੋਈ ਸੀ ਇਹ ਗੱਲ। ਇਹ ਬਗਾਵਤ ਅੱਗੇ ਚੱਲ ਕੇ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਫੈਲ ਗਈ। ਸਮਾਜ ਦੇ ਭਿੰਨ-ਭਿੰਨ ਕਾਰਨਾਂ ਤੋਂ ਪੀੜਤ ਲੋਕ ਵਿਦਰੋਹ ਵਿੱਚ ਉੱਠ ਖੜੇ ਹੋਏ। 29 ਮਾਰਚ 1857 ਦੀ ਗੱਲ ਆ ਕਿ 29 ਮਾਰਚ 1857 ਨੂੰ ਇੱਕ ਯੁਵਾ ਸਿਪਾਹੀ ਮੰਗਲ ਪਾਂਡੇ ਨੂੰ ਭੈਰਵਪੁਰ ਦੇ ਵਿੱਚ ਹਮਲਾ ਕਰਨ ਦੇ ਵਿਰੋਧ ਦੇ ਵਿੱਚ ਫਾਂਸੀ ਤੇ ਲਟਕਾ ਦਿੱਤਾ। ਇਸ ਦਿਨ ਤੋਂ ਬਾਅਦ ਮੇਰਠ ਦੇ ਵਿੱਚ ਸਿਪਾਹੀਆਂ ਨੇ ਰਾਈਫਲ ਦੇ ਨਾਲ ਫੌਜੀ ਅਭਿਆਸ ਕਰਨ ਤੋਂ ਵੀ ਮਨਾ ਕਰ ਦਿੱਤਾ ਕਿਉਂਕਿ ਸਿਪਾਹੀਆਂ ਨੂੰ ਲੱਗਦਾ ਸੀ ਕਿ ਰਾਈਫਲਾਂ ਤੇ ਗਾਂ ਅਤੇ ਸੂਰ ਦੀ ਚਰਬੀ ਦਾ ਲੇਪ ਚੜਾਇਆ ਗਿਆ ਹੈ ਜਿਸ ਨੂੰ ਮੂੰਹ ਨਾਲ ਕੁਤਰ ਕੇ ਚਲਾਉਣਾ ਪੈਂਦਾ ਸੀ, ਜਿਸ ਨਾਲ ਹਿੰਦੂ ਅਤੇ ਮੁਸਲਮਾਨ ਦੋਨਾਂ ਧਰਮਾਂ ਨੂੰ ਠੇਸ ਪਹੁੰਚੀ। ਇਸ ਦੇ ਨਾਲ 85 ਸਿਪਾਹੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ 10-10 ਸਾਲ ਦੀ ਸਜ਼ਾ ਵੀ ਸੁਣਾਈ ਗਈ। ਬਾਕੀ ਮੇਰਠ ਵਿੱਚ ਭਾਰਤ ਦੇ ਸਿਪਾਹੀਆਂ ਦੀ ਪ੍ਰਤੀਕਿਰਿਆ ਬਹੁਤ ਜ਼ਬਰਦਸਤ ਸੀ। 10 ਮਈ ਨੂੰ ਸਿਪਾਹੀਆਂ ਨੇ ਮੇਰਠ ਦੀ ਜੇਲ੍ਹ ਤੇ ਹੱਲਾ ਬੋਲ ਦਿੱਤਾ। ਕੈਦ ਸਿਪਾਹੀਆਂ ਨੂੰ ਵੀ ਆਜ਼ਾਦ ਕਰਵਾਇਆ। ਉਹਨਾਂ ਨੇ ਅੰਗਰੇਜ਼ ਅਫਸਰਾਂ ਤੇ ਹਮਲਾ ਕੀਤਾ ਅਤੇ ਮਾਰ ਸੁੱਟਿਆ। ਇਸ ਤੋਂ ਇਲਾਵਾ ਬੰਦੂਕ ਅਤੇ ਹਥਿਆਰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਅਤੇ ਅੰਗਰੇਜ਼ਾਂ ਦੀਆਂ ਇਮਾਰਤਾਂ ਅਤੇ ਸੰਪત્ਤੀ ਨੂੰ ਵੀ ਅੱਗ ਲਗਾ ਦਿੱਤੀ। ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ। ਸਿਪਾਹੀ ਪੂਰੇ ਦੇਸ਼ ਦੇ ਵਿੱਚ ਅੰਗਰੇਜ਼ਾਂ ਨੂੰ ਖਤਮ ਕਰਨ ਤੇ ਤੁਰ ਪਏ। ਪਰ ਸਵਾਲ ਇਹ ਸੀ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਦੇਸ਼ ਦਾ ਸ਼ਾਸਨ ਕੌਣ ਚਲਾਵੇਗਾ। ਸਿਪਾਹੀਆਂ ਨੇ ਇਸ ਦਾ ਵੀ ਜਵਾਬ ਲੱਭ ਲਿਆ। ਫਿਰ ਉਹ ਮੁਗਲ ਸਮਰਾਟ ਬਾਦਸ਼ਾਹ ਸ਼ਾਹ ਜ਼ਫਰ ਨੂੰ ਫਿਰ ਤੋਂ ਦੇਸ਼ ਦਾ ਰਾਜ ਭਾਗ ਦੇਣ ਦੇ ਲਈ ਮਨਾ ਲਿਆ ਉਹਨਾਂ ਨੇ। ਪਰ ਮੇਰਠ ਦੇ ਕੁਝ ਸਿਪਾਹੀਆਂ ਦੇ ਝੁੰਡ ਨੇ 10 ਮਈ ਨੂੰ ਘੋੜਿਆਂ ਤੇ ਸਵਾਰ ਹੋ ਕੇ ਹਨੇਰੇ ਦੇ ਵਿੱਚ ਦਿੱਲੀ ਜਾ ਪਹੁੰਚੇ। ਜਿਵੇਂ ਹੀ ਉਹਨਾਂ ਦੇ ਆਉਣ ਦੀ ਖਬਰ ਫੈਲੀ, ਦਿੱਲੀ ਦੇ ਵਿੱਚ ਅੰਗਰੇਜ਼ ਸੈਨਾ ਨੇ ਬਗਾਵਤ ਕਰ ਦਿੱਤੀ। ਇੱਥੇ ਵੀ ਕਈ ਅੰਗਰੇਜ਼ ਅਫਸਰ ਮਾਰੇ ਗਏ ਤੇ ਸਿਪਾਹੀਆਂ ਦੇ ਤੋਪਖਾਨੇ ਆਪਣੇ ਹੱਕ ਵਿੱਚ ਲੈ ਲਏ ਅਤੇ ਇੱਥੇ ਵੀ ਇਮਾਰਤਾਂ ਨੂੰ ਅੱਗ ਲਾ ਦਿੱਤੀ। ਇਸ ਤੋਂ ਬਾਅਦ ਸਿਪਾਹੀ ਲਾਲ ਕਿਲੇ ਦੇ ਕੋਲ ਜਮ੍ਹਾਂ ਹੋ ਗਏ। ਉਹ ਬਾਦਸ਼ਾਹ ਨੂੰ ਮਿਲਣਾ ਚਾਹੁੰਦੇ ਸੀ ਪਰ ਬਾਦਸ਼ਾਹ ਅੰਗਰੇਜ਼ਾਂ ਦੀ ਤਾਕਤ ਅੱਗੇ ਖੜਨ ਦੇ ਲਈ ਤਿਆਰ ਨਹੀਂ ਸੀ। ਪਰ ਸਿਪਾਹੀ ਵੀ ਅੜੇ ਰਹੇ, ਜ਼ਬਰਦਸਤੀ ਮਹਿਲ ਦੇ ਵਿੱਚ ਚਲੇ ਗਏ। ਉਹਨਾਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਨੇਤਾ ਘੋਸ਼ਿਤ ਕਰਤਾ। ਬੁੱਢੇ ਬਾਦਸ਼ਾਹ ਨੂੰ ਸਿਪਾਹੀਆਂ ਦੀ ਮੰਗ ਮੰਨਣੀ ਪਈ। ਉਹਨਾਂ ਨੇ ਦੇਸ਼ ਭਰ ਦੇ ਸ਼ਾਸਕਾਂ ਅਤੇ ਮੁਖੀਆਂ ਨੂੰ ਚਿੱਠੀ ਲਿਖ ਕੇ ਅੰਗਰੇਜ਼ਾਂ ਨਾਲ ਲੜਨ ਲਈ
ਭਾਰਤੀ ਰਾਜਾਂ ਦਾ ਸੰਘ ਬਣਾਉਣ ਦਾ ਐਲਾਨ ਕਰ ਦਿੱਤਾ। ਤਾਂ ਬਹਾਦਰ ਸ਼ਾਹ ਜ਼ਫਰ ਦੇ ਇਸ ਕਦਮ ਨੇ ਕਈ ਨਤੀਜੇ ਸਾਹਮਣੇ ਆਏ। ਅੰਗਰੇਜ਼ਾਂ ਤੋਂ ਪਹਿਲਾਂ ਮੁਗਲਾਂ ਦਾ ਰਾਜ ਸੀ। ਜ਼ਿਆਦਾਤਰ ਸ਼ਾਸਕ ਅਤੇ ਰਜਵਾੜੇ ਮੁਗਲ ਬਾਦਸ਼ਾਹ ਦੇ ਸਿਰ ਤੇ ਹੀ ਆਪਣਾ ਸ਼ਾਸਨ ਚਲਾਉਂਦੇ ਸੀ। ਅੰਗਰੇਜ਼ੀ ਸ਼ਾਸਨ ਤੋਂ ਪੀੜਤ ਬਹੁਤ ਸਾਰੇ ਸ਼ਾਸਕਾਂ ਨੂੰ ਲੱਗਦਾ ਸੀ ਕਿ ਜੇਕਰ ਮੁਗਲ ਬਾਦਸ਼ਾਹ ਦੁਬਾਰਾ ਸ਼ਾਸਨ ਸਥਾਪਿਤ ਕਰ ਲੈਣ ਤਾਂ ਉਹ ਪਹਿਲਾਂ ਵਾਂਗ ਆਪਣਾ ਜਿਹੜਾ ਰਾਜ ਭਾਗ ਆ ਉਹ ਚਲਾ ਸਕਦੇ ਆ। ਪਰ ਇੱਕ ਪਾਸੇ ਅੰਗਰੇਜ਼ਾਂ ਨੂੰ ਇਸ ਦਾ ਅੰਦਾਜ਼ਾ ਵੀ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਸੂਰ ਅਤੇ ਗਾਂ ਦੇ ਮਾਸ ਤੋਂ ਭੜਕੇ ਹੋਏ ਲੋਕ ਹੌਲੀ ਹੌਲੀ ਫਿਰ ਤੋਂ ਸਾਡੇ ਕੋਲ ਵਾਪਸ ਆ ਜਾਣਗੇ। ਪਰ ਜਦ ਬਹਾਦਰ ਸ਼ਾਹ ਜ਼ਫਰ ਨੇ ਬਗਾਵਤ ਨੂੰ ਆਪਣਾ ਸਮਰਥਨ ਦੇ ਦਿੱਤਾ ਤਾਂ ਸਥਿਤੀ ਇੱਕ ਰਾਤ ਵਿੱਚ ਹੀ ਬਦਲ ਗਈ। ਜਦੋਂ ਦਿੱਲੀ ਤੋਂ ਅੰਗਰੇਜ਼ਾਂ ਦੇ ਪੈਰ ਉਖੜ ਗਏ ਤਾਂ ਲਗਭਗ ਇੱਕ ਹਫ਼ਤੇ ਤੱਕ ਕਿਤੇ ਕੋਈ ਵਿਦਰੋਹ ਨਹੀਂ ਹੋਇਆ। ਖਬਰ ਫੈਲਣ ਦੇ ਵਿੱਚ ਕੋਈ ਸਮਾਂ ਨਾ ਲੱਗਿਆ, ਪਰ ਉਸ ਤੋਂ ਬਾਅਦ ਵਿਦਰੋਹ ਸ਼ੁਰੂ ਹੋ ਗਿਆ। ਜਦੋਂ ਖਬਰ ਫੈਲ ਗਈ, ਇੱਕ ਤੋਂ ਬਾਅਦ ਹਰ ਇੱਕ ਰੈਜੀਮੈਂਟ ਵਿੱਚ ਸਿਪਾਹੀਆਂ ਨੇ ਵਿਦਰੋਹ ਕੀਤਾ ਅਤੇ ਦਿੱਲੀ, ਕਾਨਪੁਰ, ਲਖਨਊ ਵਰਗੇ ਮੁੱਖ ਬਿੰਦੂਆਂ ਤੇ ਦੂਸਰੇ ਲੋਕਾਂ ਦਾ ਸਾਥ ਦੇਣ ਲਈ ਨਿਕਲ ਪਏ। ਉਹਨਾਂ ਨੂੰ ਦੇਖ ਕੇ ਸਾਰੇ ਪਿੰਡਾਂ ਦੇ ਲੋਕ ਬਗਾਵਤ ਦੇ ਰਸਤੇ ਤੋਂ ਚੱਲ ਪਏ। ਉਹਨਾਂ ਨੂੰ ਦੇਖ ਕੇ ਪਿੰਡਾਂ ਦੇ ਸਾਰੇ ਲੋਕ ਬਗਾਵਤ ਦੇ ਲਈ ਖੜੇ ਹੋਏ, ਵਿਦਰੋਹ ਦੇ ਲਈ ਤਿਆਰ ਹੋਏ। ਉਤਸ਼ਾਹ ਆਇਆ ਉਹਨਾਂ 'ਚ, ਕਿਉਂਕਿ ਉਹ ਤੰਗ ਹੀ ਇੰਨੇ ਸੀ। ਉਹ ਨੇਤਾ, ਜ਼ਿਮੀਂਦਾਰਾਂ ਤੇ ਮੁਖੀਆ ਦੇ ਰੂਪ ਵਿੱਚ ਸੰਗਠਿਤ ਹੋ ਗਏ। ਇਹ ਲੋਕ ਅੰਗਰੇਜ਼ਾਂ ਤੋਂ ਆਪਣੇ ਹੱਕ ਲੈਣ ਲਈ ਤਿਆਰ ਹੋ ਗਏ। ਦੂਸਰੇ ਪਾਸੇ ਨਾਨਾ ਸਾਹਿਬ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ, ਉਹ ਕਾਨਪੁਰ ਸਾਹਿਬ ਵਿੱਚ ਰਹਿੰਦੇ ਸੀ। ਉਹਨਾਂ ਨੇ ਸੈਨਾ ਨੂੰ ਇਕੱਠਾ ਕੀਤਾ ਅਤੇ ਅੰਗਰੇਜ਼ਾਂ ਨੂੰ ਸ਼ਹਿਰ ਦੇ ਵਿੱਚੋਂ ਕੱਢ ਦਿੱਤਾ, ਕਿਉਂਕਿ ਉਹ ਵੀ ਅੰਗਰੇਜ਼ਾਂ ਦੇ ਖਿਲਾਫ ਸੀ, ਅੰਗਰੇਜ਼ਾਂ ਤੋਂ ਤੰਗ ਸੀ। ਉਹ ਆਪਣੇ ਪਿਤਾ ਦੀ ਪੈਨਸ਼ਨ ਆਪ ਲਵਾਉਣਾ ਚਾਹੁੰਦੇ ਸੀ, ਨਾਨਾ ਸਾਹਿਬ। ਠੀਕ ਹੈ, ਉਹਨਾਂ ਨੇ ਕੀ ਕੀਤਾ ਕਿ ਆਪਣੀ ਸੈਨਾ ਇਕੱਠੀ ਕੀਤੀ ਕਿ ਅੰਗਰੇਜ਼ਾਂ ਨੂੰ ਸ਼ਹਿਰ ਵਿੱਚੋਂ ਕੱਢ ਦਿੱਤਾ। ਉਹਨਾਂ ਨੇ ਆਪਣੇ ਆਪ ਨੂੰ ਪੇਸ਼ਵਾ ਘੋਸ਼ਿਤ ਕਰ ਦਿੱਤਾ ਅਤੇ ਐਲਾਨ ਕਰ ਦਿੱਤਾ ਕਿ ਉਹ ਬਹਾਦਰ ਸ਼ਾਹ ਜ਼ਫਰ ਦੇ ਤਹਿਤ ਗਵਰਨਰ ਆ। ਤੇ ਲਖਨਊ ਦੀ ਗੱਦੀ ਤੋਂ ਹਟਾ ਦੇਣ ਤੋਂ ਬਾਅਦ ਬਾਜਿਦ ਅਲੀ ਸ਼ਾਹ ਦੇ ਬੇਟੇ ਬਿਰਿਜਸ ਕਦਰ ਨੂੰ ਨਵਾਂ ਨਵਾਬ ਬਣਾ ਦਿੱਤਾ ਗਿਆ। ਉਹਨਾਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਬਾਦਸ਼ਾਹ ਮੰਨਿਆ ਅਤੇ ਉਹਨਾਂ ਦੀ ਮਾਂ ਬੇਗਮ ਹਜ਼ਰਤ ਮਾਹੁਲ ਨੇ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਵਿੱਚ ਵੱਧ ਚੜ ਕੇ ਹਿੱਸਾ ਲਿਆ। ਅੱਗੇ ਝਾਂਸੀ ਦੀ ਰਾਣੀ ਲక్ష్ਮੀ ਬਾਈ ਵੀ ਅੰਗਰੇਜ਼ਾਂ ਦੇ ਖਿਲਾਫ ਸਿਪਾਹੀਆਂ ਨਾਲ ਜਾ ਮਿਲੀ। ਉਹਨਾਂ ਨੇ ਨਾਨਾ ਸਾਹਿਬ ਦੇ ਸੈਨਾਪਤੀ ਤਾਂਟਿਆ ਤੋਪੇ ਦੇ ਨਾਲ ਮਿਲ ਕੇ ਅੰਗਰੇਜ਼ਾਂ ਨੂੰ ਭਾਰੀ ਚੁਣੌਤੀ ਦਿੱਤੀ ਤੇ ਮੱਧ ਪ੍ਰਦੇਸ਼ ਦੇ ਮਾਂਡਲਾ ਖੇਤਰ ਦੇ ਵਿੱਚ ਰਾਣੀ ਅਬੰਤੀ ਬਾਈ ਲੋਧੀ, ਉਹਨਾਂ ਨੇ 4000 ਸੈਨਿਕਾਂ ਦੀ ਫੌਜ ਤਿਆਰ ਕੀਤੀ ਅਤੇ ਆਪਣੇ ਅੰਗਰੇਜ਼ਾਂ ਦੇ ਖਿਲਾਫ ਖੜੀ ਹੋਈ, ਕਿਉਂਕਿ ਬ੍ਰਿਟਿਸ਼ ਸ਼ਾਸਨ ਨੇ ਉਹਨਾਂ ਦੇ ਰਾਜਾਂ ਦੇ ਪ੍ਰਤੀ ਨਿਯੰਤਰਣ ਕੀਤਾ ਸੀ। ਹੁਣ ਭਾਰਤੀ ਫੌਜ ਦੇ ਸਾਹਮਣੇ ਅੰਗਰੇਜ਼ਾਂ ਦੀ ਫੌਜ ਕੁਝ ਵੀ ਨਹੀਂ ਸੀ। ਬਹੁਤ ਸਾਰੇ ਮੋਰਚਿਆਂ ਤੇ ਉਹਨਾਂ ਦੀ ਹਾਰ ਹੋਈ। ਇਸ ਨਾਲ ਲੋਕਾਂ ਨੂੰ ਯਕੀਨ ਹੋ ਗਿਆ ਕਿ ਹੁਣ ਅੰਗਰੇਜ਼ਾਂ ਦਾ ਸ਼ਾਸਨ ਖਤਮ ਹੋ ਗਿਆ। ਹੁਣ ਉਹਨਾਂ ਤੋਂ ਵਿਦਰੋਹ ਦੇ ਨਾਲ ਜੁੜਨ ਦਾ ਜਿਹੜਾ ਆਤਮ ਵਿਸ਼ਵਾਸ ਆ ਉਹ ਹੋਰ ਵੀ ਵੱਧ ਗਿਆ ਸੀ। ਠੀਕ ਹੈ, ਇਹ ਸੀ 1857 ਈਸਵੀ ਦਾ ਵਿਦਰੋਹ, ਜਿਹੜਾ ਕਿ ਹੋਰ ਵੀ ਮਹੱਤਵਪੂਰਨ ਆਪਣੇ ਦੇ ਨਾਲ ਸ਼ੁਰੂ ਹੋਇਆ। ਉਸ ਤੋਂ ਬਾਅਦ ਕਈ ਨੇਤਾ ਸਾਹਮਣੇ ਆਏ, ਜਿਵੇਂ ਅਹਿਮਦੁੱਲਾ ਸ਼ਾਹ ਨੇ ਇੱਕ ਸੈਨਾ ਤਿਆਰ ਕੀਤੀ ਅਤੇ ਲਖਨਊ ਵਿੱਚ ਅੰਗਰੇਜ਼ਾਂ ਨਾਲ ਜਾ ਲੜੇ। ਫਿਰ ਬਰੇਲੀ ਦੇ ਸਿਪਾਹੀ ਸੀ ਇੱਕ, ਜਿਨ੍ਹਾਂ ਦਾ ਨਾਮ ਸੀ ਬਖਤ ਖਾਨ। ਠੀਕ ਹੈ, ਉਹ ਵੀ ਦਿੱਲੀ ਵੱਲ ਕੂਚ ਕੀਤਾ ਉਹਨਾਂ ਨੇ ਤੇ ਅੰਗਰੇਜ਼ਾਂ ਦਾ ਸਫਾਇਆ ਕੀਤਾ। ਠੀਕ ਹੈ, ਕੀ ਨਾਮ ਸੀ ਇਹਨਾਂ ਦਾ? ਬਖਤ ਖਾਨ, ਜਿਹੜੇ ਕਿ ਬਰੇਲੀ ਦੇ ਸਿਪਾਹੀ ਸੀ। ਇਹਨਾਂ ਨੇ ਵੀ ਅੰਗਰੇਜ਼ਾਂ ਨੂੰ ਮਾਰ ਸੁੱਟਿਆ ਤੇ ਮਤਲਬ ਕਿ ਬਹੁਤ ਜ਼ਿਆਦਾ ਸਿਪਾਹੀਆਂ ਦਾ ਸਾਥ ਦਿੱਤਾ। ਫਿਰ ਬਿਹਾਰ ਦੇ ਜ਼ਿਮੀਂਦਾਰ ਕੁਨਵਰ ਸਿੰਘ ਆਏ, ਉਹਨਾਂ ਨੇ ਸਿਪਾਹੀਆਂ ਦਾ ਸਾਥ ਦਿੱਤਾ ਅਤੇ ਕਈ ਮਹੀਨਿਆਂ ਤੱਕ ਲੜਾਈ ਲੜੀ। ਇਹ ਉਥਲ-ਪੁਥਲ ਦੇ ਨਾਲ ਅੰਗਰੇਜ਼ਾਂ ਨੇ ਆਪਣੀ ਹਿੰਮਤ ਨਹੀਂ ਛੱਡੀ। ਕੰਪਨੀ ਨੇ ਪੂਰੀ ਤਾਕਤ ਲਗਾ ਦਿੱਤੀ ਵਿਦਰੋਹ ਨੂੰ ਖਤਮ ਕਰਨ ਦੇ ਲਈ। ਉਹਨਾਂ ਨੇ ਇੰਗਲੈਂਡ ਤੋਂ ਸੈਨਾ ਮੰਗਾਈ ਅਤੇ ਵਿਦਰੋਹੀਆਂ ਨੂੰ ਜਲਦੀ ਸਜ਼ਾ ਦੇਣ ਲਈ ਨਵੇਂ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ। ਮੁੱਖ ਕੇਂਦਰਾਂ ਤੇ ਹੱਲਾ ਬੋਲਿਆ। ਸਤੰਬਰ 1857 ਦੇ ਵਿੱਚ ਦਿੱਲੀ ਦੁਬਾਰਾ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਆ ਗਈ। ਅੰਤਿਮ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਤੇ ਮੁਕੱਦਮਾ ਚਲਾਇਆ ਗਿਆ। ਉਹਨਾਂ ਨੂੰ ਸਜ਼ਾ ਦਿੱਤੀ ਗਈ। ਉਹਨਾਂ ਦੇ ਬੇਟਿਆਂ ਨੂੰ ਉਹਨਾਂ ਦੇ ਸਾਹਮਣੇ ਅੱਖਾਂ ਦੇ ਗੋਲੀ ਮਾਰ ਦਿੱਤੀ ਗਈ। ਅਕਤੂਬਰ 1858 ਨੂੰ ਬਹਾਦਰ ਸ਼ਾਹ ਤੇ ਉਹਨਾਂ ਦੀ ਪਤਨੀ ਨੂੰ ਰਣਗੂਨ ਜੇਲ੍ਹ ਭੇਜ ਦਿੱਤਾ। ਠੀਕ ਹੈ, ਅਤੇ 1862 ਦੇ ਵਿੱਚ ਉਹਨਾਂ ਦੀ ਡੈਥ ਇਸੇ ਜੇਲ੍ਹ ਦੇ ਵਿੱਚ ਹੋ ਗਈ। ਫਿਰ ਦਿੱਲੀ ਤੇ ਅੰਗਰੇਜ਼ਾਂ ਦੇ ਕਬਜ਼ੇ ਕਾਰਨ ਵਿਦਰੋਹ ਖਤਮ ਨਹੀਂ ਹੋਇਆ। ਉਹਨਾਂ ਤੋਂ ਬਾਅਦ ਵੀ ਲੋਕਾਂ ਨੇ ਅੰਗਰੇਜ਼ਾਂ ਨਾਲ ਟੱਕਰ ਲਈ। ਮਾਰਚ 1858 ਦੇ ਵਿੱਚ ਲਖਨਊ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਆ ਗਿਆ।
जून 1858 ਵਿੱਚ ਝਾਂਸੀ ਦੀ ਰਾਣੀ ਨੂੰ ਵੀ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਰਾਣੀ ਬੰਤੀ ਬਾਈ ਲੋਧੀ ਨੂੰ ਵੀ ਮਾਰ ਦਿੱਤਾ ਗਿਆ। ਫਿਰ ਇਹਨਾਂ ਤੋਂ ਬਾਅਦ ਤਾਂਤਿਆ ਟੋਪੇ ਅੰਗਰੇਜ਼ਾਂ ਖਿਲਾਫ ਲੜਦੇ ਰਹੇ। ਜਿਵੇਂ ਪਹਿਲਾਂ ਲੋਕਾਂ ਵਿੱਚ ਉਤਸ਼ਾਹ ਮਿਲਿਆ ਸੀ, ਪਰ ਉਨੀ ਹੀ ਜਲਦੀ ਉਹਨਾਂ ਦੀ ਹਿੰਮਤ ਆ ਜਿਹੜੀ ਟੁੱਟਣ ਲੱਗੀ। ਬਹੁਤ ਸਾਰੇ ਲੋਕਾਂ ਨੇ ਵਿਦਰੋਹ ਦਾ ਸਾਥ ਛੱਡ ਦਿੱਤਾ। ਆਖਿਰ ਤੇ ਅੰਗਰੇਜ਼ਾਂ ਨੇ ਲੋਕਾਂ ਦਾ ਦਿਲ ਜਿੱਤਣ ਲਈ ਆਪਣੇ ਪੈਰ ਫਿਰ ਤੋਂ ਜਮਾਉਣ ਲਈ ਹੋਰ ਢੰਗ ਲੱਭ ਲਏ। ਉਹਨਾਂ ਨੇ ਵਫਾਦਾਰਾਂ ਦੇ ਲਈ ਵਫਾਦਾਰੀ ਦੇ ਢੰਗ ਲੱਭ ਲਏ ਕਿ ਜਿਹੜੇ ਲੋਕ ਵਫਾਦਾਰ ਆ ਉਹਨਾਂ ਨੂੰ ਮਤਲਬ ਕਿ ਚੰਗੀ ਤਰ੍ਹਾਂ ਸਨਮਾਨ ਕੀਤਾ ਜਾਵੇਗਾ। ਠੀਕ ਹੈ, ਮਤਲਬ ਯੁੱਧ ਇੰਨਾ ਭਿਆਨਕ ਸੀਗਾ ਤਾਂ ਅੰਗਰੇਜ਼ਾਂ ਨੇ ਵੀ ਆਪਦੇ ਪੈਰ ਜਮਾਉਣ ਲਈ ਕੁਛ ਨਾ ਕੁਛ ਤਾਂ ਕਰਨਾ ਹੀ ਸੀ। ਵਫਾਦਾਰਾਂ ਦੇ ਲਈ ਇਨਾਮ ਵੰਡਣੇ ਸ਼ੁਰੂ ਕੀਤੇ, ਉਹਨਾਂ ਦੀਆਂ ਜ਼ਮੀਨਾਂ ਨੂੰ ਵੰਸ਼ਵਾਦੀ ਪਰੰਪਰਾ ਅਧਿਕਾਰ ਦਿੱਤੇ ਕਿ ਜਿਨ੍ਹਾਂ ਨੇ ਵਿਦਰੋਹ ਕੀਤਾ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੇਕਰ ਉਹ ਸਮਰਥਨ ਕਰ ਦਿੰਦੇ ਆ ਤਾਂ ਉਹ ਸੁਰੱਖਿਅਤ ਰਹਿਣਗੇ, ਜ਼ਮੀਨ ਤੇ ਉਹਨਾਂ ਦੇ ਅਧਿਕਾਰ ਬਣੇ ਰਹਿਣਗੇ। ਇਸ ਤੋਂ ਬਾਅਦ ਸੈਂਕੜਿਆਂ ਸਿਪਾਹੀਆਂ ਤੇ ਰਾਜਾਂ ਦੇ ਮੁਕੱਦਮੇ ਚਲਾਏ ਗਏ, ਉਹਨਾਂ ਨੂੰ ਫਾਂਸੀ ਦਿੱਤੀ ਗਈ ਤੇ ਅੰਗਰੇਜ਼ਾਂ ਨੇ 1859 ਦੇ ਅੰਤ ਤੱਕ ਪੂਰੇ ਦੇਸ਼ ਤੇ ਆਪਣਾ ਕਬਜ਼ਾ ਕਰ ਲਿਆ। ਪਰ ਉਹਨਾਂ ਨੂੰ ਸਬਕ ਮਿਲਿਆ। ਹੁਣ ਉਹ ਪਹਿਲਾਂ ਵਾਲੀਆਂ ਨੀਤੀਆਂ ਵਾ ਜਿਹੜੀਆਂ ਉਹਨਾਂ ਨੂੰ ਨਹੀਂ ਚਲਾ ਸਕਦੇ ਸੀ, ਉਹਨਾਂ ਦੇ ਨਾਲ ਸ਼ਾਸਨ ਨਹੀਂ ਚਲਾ ਸਕਦੇ ਸੀ। ਅੰਗਰੇਜ਼ਾਂ ਨੇ 1858 ਦੇ ਵਿੱਚ ਇੱਕ ਨਵਾਂ ਕਾਨੂੰਨ ਪਾਸ ਕਰ ਦਿੱਤਾ। ਈਸਟ ਇੰਡੀਆ ਕੰਪਨੀ ਦੇ ਅਧਿਕਾਰ ਬ੍ਰਿਟਿਸ਼ ਸਾਮਰਾਜ ਨੂੰ ਦੇ ਦਿੱਤੇ ਤਾਂ ਕਿ ਭਾਰਤੀ ਮਾਮਲਿਆਂ ਨੂੰ ਬਿਹਤਰ ਢੰਗ ਨਾਲ ਸਮਝਾਇਆ ਜਾ ਸਕੇ। ਠੀਕ ਹੈ, ਬ੍ਰਿਟਿਸ਼ ਮੰਤਰੀ ਮੰਡਲ ਦੇ ਇੱਕ ਮੈਂਬਰ ਨੂੰ ਭਾਰਤ ਦੇ ਮੰਤਰੀ ਬਣਾ ਦਿੱਤਾ ਅਤੇ ਉਹਨਾਂ ਨੂੰ ਭਾਰਤ ਦੇ ਸ਼ਾਸਨ ਮਾਮਲਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਤੇ ਉਹਨਾਂ ਨੂੰ ਇੱਕ ਸਲਾਹਕਾਰ ਦੇਣ ਲਈ ਇੱਕ ਪਰਿਸ਼ਦ ਦਾ ਗਠਨ ਕੀਤਾ ਜਿਸ ਨੂੰ ਅਸੀਂ ਇੰਡੀਆ ਕੌਂਸਲ ਦੇ ਨਾਮ ਨਾਲ ਜਾਣਦੇ ਹਾਂ। ਭਾਰਤ ਦੇ ਗਵਰਨਰ ਜਨਰਲ ਨੂੰ ਵਾਇਸਰਾਏ ਦਾ ਅਹੁਦਾ ਦਿੱਤਾ। ਠੀਕ ਹੈ, ਗਵਰਨਰ ਜਨਰਲ ਖਤਮ ਕਰ ਦਿੱਤੇ, ਵਾਇਸਰਾਏ ਦਾ ਅਹੁਦਾ ਦਿੱਤਾ। ਅੰਗਰੇਜ਼ ਸਰਕਾਰ ਨੇ ਭਾਰਤ ਦੇ ਸ਼ਾਸਨ ਦੀ ਜਾਣਕਾਰੀ ਆਪਣੇ ਹੱਥਾਂ ਵਿੱਚ ਲੈ ਲਈ। ਸਾਰੇ ਦੇਸ਼ ਦੇ ਸਾਰੇ ਰਾਜਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਜ਼ਮੀਨ ਤੇ ਕਦੇ ਵੀ ਕੋਈ ਕਬਜ਼ਾ ਨਹੀਂ ਕੀਤਾ ਜਾਵੇਗਾ, ਉਹਨਾਂ ਦੀ ਜ਼ਮੀਨ ਵੰਸ਼ਵਾਦੀ ਹੋਵੇਗੀ। ਸੈਨਾ ਵਿੱਚ ਭਾਰਤੀ ਸਿਪਾਹੀ ਘੱਟ ਅਤੇ ਯੂਰਪੀਅਨ ਸਿਪਾਹੀਆਂ ਦੀ ਗਿਣਤੀ ਹੈ ਜਿਹੜੀ ਉਹ ਵਧਾ ਦਿੱਤੀ ਗਈ। ਇਹ ਵੀ ਤੈਅ ਕਰ ਦਿੱਤਾ ਗਿਆ ਕਿ ਅਵਧ ਬਿਹਾਰ ਭਾਰਤ ਅਤੇ ਦੱਖਣੀ ਭਾਰਤ ਵਿੱਚ ਸਿਪਾਹੀਆਂ ਨੂੰ ਭਰਤੀ ਕਰਨ ਦੇ ਬਜਾਏ ਅਬ ਗੋਰਖਾ ਸਿੱਖਾਂ ਅਤੇ ਪਠਾਨਾਂ ਦੇ ਵਿੱਚੋਂ ਜ਼ਿਆਦਾ ਸੈਨਿਕ ਭਰਤੀ ਕੀਤੇ ਜਾਣਗੇ। ਠੀਕ ਹੈ, ਤੇ ਮਹਾਰਾਣੀ ਵਿਕਟੋਰੀਆ ਦੀ 1858 ਈਸਵੀ ਵਿੱਚ ਘੋਸ਼ਣਾ ਦੇ ਅਨੁਸਾਰ ਕਿਸੇ ਤੇ ਕੋਈ ਅਤਿਆਚਾਰ ਨਹੀਂ ਹੋਵੇਗਾ, ਇਹ ਵੀ ਉਹਨਾਂ ਨੂੰ ਕਹਿ ਦਿੱਤਾ ਗਿਆ। ਤੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਭਾਰਤ ਵਿੱਚ ਜਿੰਨੇ ਵੀ ਵਿਦਰੋਹ ਹੋਏ ਆ ਉਹਨਾਂ ਨਾਲ ਜਿਹੜਾ ਵੀ ਨੁਕਸਾਨ ਹੋਇਆ ਉਸ ਦੀ ਪੂਰਤੀ ਦੇਸ਼ ਵਾਸੀਆਂ ਦੇ ਟੈਕਸ ਲਗਾ ਤੇ ਕਰਨੀ ਹੋਵੇਗੀ। ਇਸ ਤਰ੍ਹਾਂ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਅਤੇ ਧਾਰਮਿਕ ਆਦਿ ਕਈ ਕਾਰਨ ਸਨ ਜਿਸ ਦੇ ਕਾਰਨ 1857 ਦਾ ਵਿਦਰੋਹ ਹੋਇਆ, ਜਿਸ ਨੂੰ ਇਤਿਹਾਸ ਵਿੱਚ ਪਹਿਲੇ ਸੁਤੰਤਰਤਾ ਸੰਗਰਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਤੇ ਜੇਕਰ ਸਾਡੇ ਦੇਸ਼ ਵਿੱਚ ਇਕਜੁੱਟਤਾ ਹੁੰਦੀ ਜਾਂ ਕਹਿ ਸਕਦੇ ਯੂਨਿਟੀ ਹੁੰਦੀ ਤਾਂ ਅੰਗਰੇਜ਼ ਕਦੇ ਵੀ ਸਾਡੇ ਦੇਸ਼ ਤੇ 200 ਸਾਲ ਤੱਕ ਰਾਜ ਨਾ ਕਰਦੇ। ਸਾਡੀ ਆਪਸੀ ਫੁੱਟ ਅਤੇ ਸਵਾਰਥ ਨੇ ਅੰਗਰੇਜ਼ਾਂ ਨੂੰ ਅਵਸਰ ਦਿੱਤਾ ਕਿ ਸਾਨੂੰ 200 ਸਾਲ ਤੱਕ ਗੁਲਾਮ ਬਣਾਉਣ ਅਤੇ ਫਿਰ ਸਾਨੂੰ ਕੰਗਾਲ ਕਰਕੇ ਛੱਡਿਆ ਜਾਵੇ। ਜੇਕਰ ਸਾਡੇ ਦੇਸ਼ ਵਾਸੀ 1857 ਦੇ ਗਦਰ ਦੇ ਸਮੇਂ ਅੰਗਰੇਜ਼ਾਂ ਦਾ ਸਾਹਮਣਾ ਕਰਨ ਦੇ ਲਈ ਇਕੱਠੇ ਹੋ ਜਾਂਦੇ ਤਾਂ ਅੰਗਰੇਜ਼ ਸਰਕਾਰ ਕਦੋਂ ਦਾ ਹਿੰਦੁਸਤਾਨ ਛੱਡ ਕੇ ਜਾ ਚੁੱਕੀ ਹੁੰਦੀ ਅਤੇ ਦੇਸ਼ ਦੋ ਹਿੱਸਿਆਂ ਦੇ ਵਿੱਚ ਵੀ ਨਾ ਵੰਡਿਆ ਹੁੰਦਾ। ਹਾਂਜੀ, ਹੁਣ ਅਸੀਂ ਸ਼ੁਰੂ ਕਰਦੇ ਹਾਂ ਉਹ ਵਾਲੇ ਇੰਪੋਰਟੈਂਟ MCQ ਜੋ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ। ਹਾਂਜੀ, ਇੱਥੇ ਤੱਕ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ 1 ਆ, ਆਜ਼ਾਦੀ ਦੀ ਪਹਿਲੀ ਲੜਾਈ ਕਦੋਂ ਸ਼ੁਰੂ ਹੋਈ ਸੀ? ਹਾਂਜੀ, ਆਜ਼ਾਦੀ ਦੀ ਜਿਹੜੀ ਪਹਿਲੀ ਲੜਾਈ ਆ 1857 ਈਸਵੀ ਦੇ ਵਿਦਰੋਹ ਨੂੰ ਮੰਨਿਆ ਜਾਂਦਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਰੀਸੈਂਟਲੀ ਕਰੰਟ ਅਫੇਅਰ ਦਾ ਵੀ ਬੋਲ ਸਕਦੇ ਹੋ, 2022 ਦੇ ਵਿੱਚ ਮੰਗ ਹੋਈ ਸੀ, ਕਰੰਟ ਅਫੇਅਰ ਦੇ ਨਾਲ ਰਿਲੇਟਡ ਵੀ ਆ ਸਕਦਾ। 1857 ਈਸਵੀ ਤੋਂ ਪਹਿਲਾਂ ਨਾ ਇੱਕ ਪਾਈਕਾ ਵਿਦਰੋਹ ਹੋਇਆ ਸੀ, ਉੜੀਸਾ ਦੇ ਵਿੱਚ ਹੋਇਆ ਸੀ, 1820 ਦੇ ਵਿੱਚ ਹੋਇਆ ਇਹ। ਤੇ ਉੜੀਸਾ ਦੀ ਗਵਰਨਮੈਂਟ ਨੇ ਰੀਸੈਂਟਲੀ ਇਸ ਨੂੰ ਸੁਤੰਤਰਤਾ ਦਾ ਪਹਿਲਾ ਯੁੱਧ ਮੰਨਣ ਦੇ ਲਈ ਸੈਂਟਰ ਗਵਰਨਮੈਂਟ ਤੋਂ ਮੰਗ ਕੀਤੀ, ਪਰ ਸੈਂਟਰ ਗਵਰਨਮੈਂਟ ਨੇ ਮਨਾ ਕਰ ਦਿੱਤਾ। ਸੁਤੰਤਰਤਾ ਦਾ ਪਹਿਲਾ ਯੁੱਧ 1857 ਦਾ ਵਿਦਰੋਹ ਹੀ ਮੰਨਿਆ ਜਾਂਦਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤੇ ਜਿਹੜੀ ਪਹਿਲੀ ਲੜਾਈ ਆ ਇਹ ਨਾ ਕੋਈ ਸਿੱਖਾਂ, ਮੁਗਲਾਂ, ਨਾ ਮਰਾਠਿਆਂ ਦੇ ਵਿਚਕਾਰ ਹੋਈ, ਬਲਕਿ ਅੰਗਰੇਜ਼ਾਂ ਦੇ ਨਾਲ ਪੂਰੇ ਭਾਰਤੀਆਂ ਦੀ ਲੜਾਈ ਹੋਈ। ਪੂਰੇ ਭਾਰਤੀ ਇਸ ਦੇ ਵਿੱਚ ਇਕਜੁੱਟ ਸਨ। ਠੀਕ ਹੈ, ਅਗਲਾ ਪ੍ਰਸ਼ਨ 1857 ਈਸਵੀ ਦੀ ਕ੍ਰਾਂਤੀ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਅੰਗਰੇਜ਼ਾਂ ਨੇ ਫੜ ਕੇ ਫਾਂਸੀ ਤੇ ਚੜਾ ਦਿੱਤਾ ਸੀ?
हाँ जी 1857 ईस्वी की क्रांति तो बाद अंग्रेज़ों ने किस नूं फड़ के फांसी ते चढ़ाया सी? तांतेया टोपे नूं। मैं तुहानूं ऑलरेडी दस चुकी सी, ऑप्शन ए इज द राइट आंसर। नाना साहिब दे सैनापति सी तांतेया टोपे। इन्हां ने झांसी दी राणी दा साथ दिता, झांसी दी राणी दा साथ दिता अते सिपाहियां दा साथ दिता ते उस तो बाद पूरा बध चढ़ के 1857 की क्रांति दे विच हिस्सा लिया। पर जेड़े जेड़े भी सुतंत्रता सैनानियां ने हिस्सा लिया सी उन्हां नूं फांसी दित्ती गई आ, उन्हां नूं सजावां दित्तियां गईयां। 1857 की क्रांति तो बाद तांतेया टोपे नूं अंग्रेज़ां ने फड़ के फांसी ते चढ़ा दिता। अगला प्रश्न 1857 की क्रांति का पहला शहीद कौन सी? हाँ जी 1857 की जिहड़ी क्रांति हुई आ इस दे पहले शहीद कौन सन? जिवें कि मैं तुहानूं दस्सिया गल मेरठ तो शुरू हुई सी ते मेरठ दे विच ही मंगल पांडे नूं फांसी दे दित्ती गई सी। पहले शहीद सन मंगल पांडे। ऑप्शन सी इज द राइट आंसर। अगला प्रश्न 1857 की क्रांति समय कोटा का शासक कौन सी? हाँ जी 1857 की जो क्रांति हुई है तो इस समय कोटा का शासक कौन सी? राइट आंसर है जी महाराव राम सिंह। ठीक है, ऑप्शन बी इज द राइट आंसर। हरेक किते किसी ना किसी का तो राज सीगा ही है ना। तो उस तो बाद जदों जिमें जिमें मतलब अंग्रेज अपने पैर जमाउंदे, कदे किस जिले च जाके राज कर लिया, कदे किस जिले ते जाके हमला करता, बस जो भी सामान हुंदा सी उसनूं भी लुट लेंदे सीगे ते उत्थे आपदा राज भाग जमा लेंदे सी। अगला प्रश्न 1857 ईस्वी का विद्रोह सी। हाँ जी 1857 ईस्वी का विद्रोह की सी? जिमें कि मैं तुहानूं दस चुकी हाँ 1857 ईस्वी का विद्रोह सीगा आज़ादी की पहली लड़ाई। ऑप्शन ए इज द राइट आंसर है। ठीक है 1857 का विद्रोह सी आज़ादी की पहली लड़ाई। अगला प्रश्न 1857 ईस्वी के विद्रोह विच किसने भाग नहीं लिया? हाँ जी 1857 ईस्वी के विद्रोह के विच झांसी की राणी ने भाग लिया, बध चढ़ के लिया। तांतेया टोपे ने लिया, नाना साहिब ने लिया। ठीक है, इन्हां बारे तो मैं तुहानूं दस भी चुकी हाँ। इन्हां दा कारण की सी लैण दा, क्यों ये अंग्रेज़ों तो इन्ने अक्के होए सी कि मतलब कि खड़े हो डट के खड़े हो गए उन्हां दे सामने। तो इत्थे राइट आंसर है ऑप्शन बी भगत सिंह ने 1857 ईस्वी के विद्रोह विच भाग नहीं लिया सी। अगला प्रश्न उस स्थान का नाम दसो जिथे 1857 ईस्वी का विद्रोह नहीं होया। हाँ जी 1857 ईस्वी का विद्रोह कित्थे नहीं होया, ये तुसीं दसना वा, वेरी इंपॉर्टेंट। तो मद्रास दे विच नहीं होया 1857 का विद्रोह। अवध आखिरी रियासत सी जिहड़ी कि 1857 विच अंग्रेज़ां दे अधीन आई सी। पूर्वी पंजाब दे विच तां बहुत ज़्यादा होया, मेन कारण ही पूर्वी पंजाब सी आपां कह सकते हैं, क्योंकि पंजाब किड्डा वड्डा भारत का एक हिस्सा सी। मध्य प्रदेश दे विच भी होया पर मद्रास च नहीं होया। अगला प्रश्न 1857 ईस्वी के विद्रोह का महत्वपूर्ण नेता किहड़ा नहीं सी? हाँ जी 1857 ईस्वी के विद्रोह का महत्वपूर्ण नेता कुनवर सिंह सीगे। मैं तुहानूं विच दस चुकी हाँ, ये बिहार के जिमीदार सी। नाना साहिब भी सी ते बख्त खान भी सी, जिन्हां बारे मैं तुहानूं दस्सिया कि ये रल खड़े होए सीगे। वक्त खान कौन सीगे? जल्दी नाल कमेंट बॉक्स दे विच लिखो। बरेली दे सख्त सिपाही सी ये। इन्हां ने सैना तैयार करके अंग्रेज़ों का बहुत ज़्यादा सफाया किया सी। तां बाजिद अली शाह जिहड़े ये नहीं सीगे नेता इस दे विच। ठीक है, अगला प्रश्न भारतीय क्रांति की मां के तौर पर कौन जानी जाती है? हाँ जी भारतीय क्रांति 1857 ईस्वी के विद्रोह की मां किसनों कहा गया है? तो इन्हां नूं कहा गया है मैडम भिकाजी कामा नूं। ऑप्शन बी इज द राइट आंसर। हाँ जी मैडम भिकाजी कामा, इन्हां नूं भारतीय क्रांति की मां के तौर पर जानिया जाता है। अगला प्रश्न 1857 ईस्वी की क्रांति के सिट्टे वजों हेठ लिखियां विचों ब्रिटिश संसद द्वारा किहड़े बदलाव की शुरुआत की गई? हाँ जी 1857 ईस्वी के जो नतीजे निकले सीगे तो ब्रिटिश सरकार द्वारा इन्हां दे विचों किहड़ी चीज़ दे विच बदलाव किया गया सी? तो इसका राइट आंसर है जी, पढ़ के देख लें पहला। क्रांति विच भाग लैण वाले हिंदू और मुसलमान नागरिकों की भूमि और संपत्ति जबत कर ली गई सी? नहीं, उन्होंने उन्होंने लुटा दी सीगी ते कह दिता सी कि वंशवादी ही होवेगी।
ठीक है। अगे पठान अते सिख सिपाहियां ते ब्रिटिश भारती सेना विच भर्ती होने ते पाबंदी लगा दी गई सी? नहीं, उन्होंने कहा सी कि सिख अते पठानां नूं भर्ती ज़्यादा किया जाएगा, ज़्यादा सिपाही सिख अते पठानां दे होणगे। फिर देश के सारे शासकों नूं उन्हां दे विरोध किसी क्रांति विच हिस्सा लैण लई सैनिक कार्रवाई ते चेतावनी दी गई सी? ये भी गलत है। ठीक है, तो हुण इहदे विचों सही की आ? उन्होंने ये पूछा कि किहड़ा सही आ, ਤਾਂ ਇੱਥੇ ਕੀ ਆ, ਬ੍ਰਿਟਿਸ਼ ਕੈਬਨਿਟ ਦਾ ਇੱਕ ਮੈਂਬਰ ਭਾਰਤੀ ਸਟੇਟ ਦਾ ਸਕੱਤਰ ਬਣਾ ਦਿੱਤਾ ਗਿਆ ਸੀ। ਹਾਂਜੀ, ਬਣਾਇਆ ਸੀ। ਬ੍ਰਿਟਿਸ਼ ਕੈਬਨਿਟ ਦਾ ਇੱਕ ਮੈਂਬਰ ਭਾਰਤੀ ਸਟੇਟ ਦਾ ਸਕੱਤਰ ਬਣਾ ਦਿੱਤਾ ਗਿਆ ਸੀ, ਜਿਸ ਨੂੰ ਇੰਡੀਆ ਕੌਂਸਲ ਕਿਹਾ ਸੀ ਅਸੀਂ, ਤੇ ਉਸ ਦੀ ਇੱਕ ਪ੍ਰੀਸ਼ਦ ਬਣਾ ਦਿੱਤੀ ਸੀ। ਅਗਲਾ 1857 ਵਿੱਚ ਬ੍ਰਿਟਿਸ਼ ਸਰਕਾਰ ਨੇ ਕਿਹੜੀਆਂ 3 ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਸੀ? ਹਾਂਜੀ, ਜਿੱਥੇ ਬ੍ਰਿਟਿਸ਼ ਸਰਕਾਰ ਨੇ ਇੰਨੇ ਦੰਗੇ ਕੀਤੇ ਆ, ਇੰਨਾ ਹੰਗਾਮਾ ਕੀਤਾ, ਉੱਥੇ ਨਾਲ ਦੀ ਨਾਲ ਚਲੋ ਵਧੀਆ ਕੰਮ ਵੀ ਕੀਤੇ ਕਿ 1857 ਵਿੱਚ ਬ੍ਰਿਟਿਸ਼ ਸਰਕਾਰ ਨੇ 3 ਯੂਨੀਵਰਸਿਟੀਆਂ ਬਣਾਈਆਂ ਸੀਗੀਆਂ, ਕਲਕੱਤਾ, ਮਦਰਾਸ ਅਤੇ ਬੰਬਈ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, क्रांति की तारीख केड़ी निश्चित की गई सी? हाँ जी, क्रांति की जिहड़ी तारीख आ वो केड़ी निश्चित की गई सी? 31 मई 1857 ईस्वी। ऑप्शन सी इज द राइट आंसर। अगला प्रश्न, उत्तरी भारत के लोगों ने किस दे विरोध 1857 ईस्वी के अंदोलन विच भाग लिया? हाँ जी, उत्तरी भारत के लोगों ने 1857 ईस्वी के अंदोलन के विच भाग लिया अंग्रेज़ों के विरोध। ऑप्शन ए इज़ द राइट आंसर। उत्तरी भारत के लोगों ने अंग्रेज़ों के विरोध 1857 ईस्वी विच अंदोलन के विच भाग लिया। अगला प्रश्न, राष्ट्रवादी लेखकों के अनुसार 1857 ईस्वी की क्रांति की सी? राष्ट्रवादी लेखकों के अनुसार 1857 ईस्वी की क्रांति सी राष्ट्रीय विद्रोह, भारतीय सुतंत्रता संग्राम। ऑप्शन सी इज़ द राइट आंसर। उपरोक्त दोवें ही राष्ट्रवादी लेखकों के अनुसार 1857 ईस्वी की क्रांति भारतीय सुतंत्रता संग्राम सी अते एक राष्ट्रीय विद्रोह सी। ऑप्शन सी इज़ द राइट आंसर। अगला प्रश्न, पंजाब के लोगों की 1857 ईस्वी की क्रांति समय ब्रिटिश सरकार प्रति किहो जही भावना सी? हाँ जी, पंजाब के लोगों की 1857 की क्रांति के समय ब्रिटिश सरकार प्रति किहो जही भावना सी? वो असंतुष्ट सीगे ब्रिटिश सरकार तो। ऑप्शन ए इज़ द राइट आंसर। अगला प्रश्न, प्रशासनिक बोर्ड की स्थापना कदों हुई? हाँ जी, प्रशासनिक बोर्ड इसकी स्थापना हुई सी 1849 तो 1853 के विचकार। ऑप्शन ए इज़ द राइट आंसर। ये तुसीं याद रखना प्रशासनिक बोर्ड के बारे। ठीक है। अगला प्रश्न, अंग्रेज़ सरकार ने किन्ने सैनिकों को नौकरी तो कढ़ दिता? हाँ जी, अंग्रेज़ सरकार ने किन्ने सैनिकों को नौकरी तो कढ़िया? 50,000 नूं। ऑप्शन ए इज़ द राइट आंसर। अगला प्रश्न, अंग्रेजी सरकार ने, हाँ जी, अंग्रेजी सरकार ने खालसा सेना नाल की व्यवहार किया सी? अंग्रेजी सरकार ने खालसा सेना नूं भंग कर दिता सी। ऑप्शन ए इज़ द राइट आंसर। अगला प्रश्न, अंग्रेज़ों ने जिमीदारां दीयां जमीनां ते की कीता सी? हाँ जी, अंग्रेज़ों ने जिमीदारां दीयां जमीनां जबत कर लईआं सी। ऑप्शन ए इज़ द राइट आंसर। अगला प्रश्न, जागीरदारी की प्रथा किसने खत्म की? हाँ जी, जागीरदारी की जिहड़ी प्रथा वा यह जॉन लॉरेंस ने खत्म की सी। ऑप्शन ए इज़ द राइट आंसर, जॉन लॉरेंस। अगला प्रश्न, पंजाब विच 1857 ईस्वी की क्रांति का मुख्य कारण की सी? हाँ जी, 1857 ईस्वी की क्रांति का मुख्य कारण सी लोगों की सरकार तो असंतुष्ट सीगे। लोग आ जिहड़े वो सरकार तो असंतुष्ट सी, जमीनां जबत कर लईआं गईआं सी, जागीरदारी प्रथा की समाप्ति कर दी गई सी। ऑप्शन डी इज़ द राइट आंसर है उपरोक्त सारे। अगला प्रश्न असीं करते हैं जी। अगला प्रश्न, पंजाब विच घोड़सवार सैनिकों की गिनती कितनी सी? हाँ जी, पंजाब दे विच घोड़सवार सैनिकों की गिनती कितनी सी? 12,000। ऑप्शन ए इज़ द राइट आंसर। अगला प्रश्न, लाहौर, गोबिंदगढ़ अते मुल्तान किस दे नियंत्रण विच सन? लाहौर,
ਗੋਬਿੰਦਗੜ੍ਹ ਅਤੇ ਮੁਲਤਾਨ ਇਹ ਯੂਰਪੀ ਫੌਜ ਦੇ ਨਿਯੰਤਰਣ ਵਿੱਚ ਸਨ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਫਿਰੋਜ਼ਪੁਰ ਵਿੱਚ ਵਿਦਰੋਹ ਹੋਣ ਦੀ ਤਾਰੀਖ ਕੀ ਸੀ? ਹਾਂਜੀ, ਫਿਰੋਜ਼ਪੁਰ ਦੇ ਵਿੱਚ ਜਿਹੜਾ ਵਿਦਰੋਹ ਹੋਇਆ ਸੀ ਇਸ ਦੇ ਹੋਣ ਦੀ ਤਾਰੀਖ ਸੀਗੀ, ਕਿੰਨੀ ਤਾਰੀਖ ਸੀ? 14 ਮਈ 1857 ਈਸਵੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। 14 ਮਈ 1857 ਨੂੰ ਫਿਰੋਜ਼ਪੁਰ ਦੇ ਵਿੱਚ ਵਿਦਰੋਹ ਹੋਇਆ। ਅਗਲਾ ਪ੍ਰਸ਼ਨ ਆ, ਫਿਰੋਜ਼ਪੁਰ ਵਿੱਚ 14 ਮਈ 1857 ਨੂੰ ਕਿਹੜੀਆਂ ਰੈਜੀਮੈਂਟਾਂ ਨੇ ਵਿਦਰੋਹ ਕੀਤਾ? ਹਾਂਜੀ, ਫਿਰੋਜ਼ਪੁਰ ਦੇ ਵਿੱਚ 14 ਮਈ 1857 ਨੂੰ ਵਿਦਰੋਹ ਕੀਤਾ ਕਿਹੜੀਆਂ ਰੈਜੀਮੈਂਟਾਂ ਨੇ ਕੀਤਾ? ਇਹ ਕੀਤਾ ਜੀ 45ਵੀਂ ਅਤੇ 57ਵੀਂ ਰੈਜੀਮੈਂਟ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਹਾਂਸੀ ਵਿੱਚ ਭਾਰਤੀ ਸੈਨਿਕਾਂ ਨੇ ਕਦੋਂ ਬਗਾਵਤ ਕੀਤੀ? ਹਾਂਜੀ, ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਏ 15 ਮਈ 1857 ਈਸਵੀ ਨੂੰ ਕੀਤੀ। ਠੀਕ ਹੈ, 15 ਮਈ 1857 ਈਸਵੀ। ਅਗਲਾ ਪ੍ਰਸ਼ਨ ਆ, ਪਿਸ਼ਾਵਰ ਵਿੱਚ 21-22 ਮਈ 1857 ਈਸਵੀ ਨੂੰ ਕਿਹੜੀਆਂ ਰੈਜੀਮੈਂਟਾਂ ਨੇ ਵਿਦਰੋਹ ਕੀਤਾ? ਹਾਂਜੀ, ਪਿਸ਼ਾਵਰ ਦੇ ਵਿੱਚ 21-22 ਮਈ ਨੂੰ 1857 ਨੂੰ ਕਿਹੜੀਆਂ ਰੈਜੀਮੈਂਟਾਂ ਨੇ ਵਿਦਰੋਹ ਕੀਤਾ? 51ਵੀਂ, 55ਵੀਂ ਅਤੇ 24ਵੀਂ ਨੇ। ਆਪਸ਼ਨ ਬੀ ਏ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਜਲੰਧਰ ਅਤੇ ਫਿਲੌਰ ਵਿੱਚ ਕਦੋਂ ਵਿਦਰੋਹ ਹੋਇਆ? ਹਾਂਜੀ, ਜਲੰਧਰ ਅਤੇ ਫਿਲੌਰ ਦੇ ਵਿੱਚ ਜਿਹੜਾ ਵਿਦਰੋਹ ਹੋਇਆ ਸੀ ਇਹ ਹੋਇਆ ਸੀ 7 ਜੂਨ 1857 ਨੂੰ। ਆਪਸ਼ਨ ਏ ਇਸ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਲਾਹੌਰ ਵਿੱਚ ਵਿਦਰੋਹ ਕਿਸ ਦਿਨ ਹੋਇਆ? ਹਾਂਜੀ, ਲਾਹੌਰ ਦੇ ਵਿੱਚ ਜਿਹੜਾ ਵਿਦਰੋਹ ਆ ਇਹ ਕਿਸ ਦਿਨ ਹੋਇਆ? 30 ਜੁਲਾਈ 1857 ਈਸਵੀ ਨੂੰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਬਨਾਰਸ ਵਿੱਚ ਸਿੱਖਾਂ ਦੀ ਲੁਧਿਆਣਾ ਰੈਜੀਮੈਂਟ ਨੇ ਕਦੋਂ ਬਗਾਵਤ ਵਿੱਚ ਹਿੱਸਾ ਲਿਆ? ਹਾਂਜੀ, ਬਨਾਰਸ ਦੇ ਵਿੱਚ ਸਿੱਖਾਂ ਦੀ ਲੁਧਿਆਣਾ ਰੈਜੀਮੈਂਟ ਨੇ 5 ਜੂਨ 1857 ਈਸਵੀ ਨੂੰ ਹਿੱਸਾ ਲਿਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਪੰਜਾਬ ਦੇ ਵਿਦਰੋਹ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਨਾ ਹੋਣ ਦਾ ਕਾਰਨ ਸੀ? ਹਾਂਜੀ, ਪੰਜਾਬ ਦੇ ਵਿਦਰੋਹ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋਣ ਦਾ ਨਾ ਕਾਰਨ ਸੀਗਾ, ਕੀ ਸੀਗਾ ਕਾਰਨ? ਯੋਗ ਨੇਤਾਵਾਂ ਦੀ ਘਾਟ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, 1857 ਈਸਵੀ ਦੀ ਕ੍ਰਾਂਤੀ ਦੇ ਪੰਜਾਬ ਤੇ ਕੀ ਪ੍ਰਭਾਵ ਪਏ ਸੀ? ਹਾਂਜੀ, 1857 ਈਸਵੀ ਦੀ ਜਿਹੜੀ ਕ੍ਰਾਂਤੀ ਸੀ ਇਸ ਵਿੱਚ ਕੀ ਪ੍ਰਭਾਵ ਪਿਆ ਸੀ ਪੰਜਾਬ ਤੇ? ਦਿੱਲੀ ਦਾ ਪੰਜਾਬ ਪ੍ਰਾਂਤ ਵਿੱਚ ਸ਼ਾਮਿਲ ਹੋਣਾ। ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ ਜੀ, 1857 ਈਸਵੀ ਦੇ ਵਿੱਚ ਭਾਰਤੀ ਸਿਪਾਹੀ ਕੰਪਨੀ ਤੋਂ ਅਸੰਤੁਸ਼ਟ ਕਿਉਂ ਸਨ? ਹਾਂਜੀ, 1857 ਈਸਵੀ ਦੇ ਜਿਹੜੇ ਭਾਰਤੀ ਸਿਪਾਹੀ ਆ ਉਹ ਕੰਪਨੀ ਤੋਂ ਅਸੰਤੁਸ਼ਟ ਸਨ ਕਿ ਦੇਸ਼ ਦੇ ਕਿਸਾਨਾਂ ਦਾ ਗੁੱਸਾ ਜਲਦੀ ਹੀ ਸਿਪਾਹੀਆਂ ਵਿੱਚ ਫੈਲ ਗਿਆ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, 1857 ਈਸਵੀ ਦੀ ਬਗਾਵਤ ਨੂੰ ਸਿਪਾਹੀਆਂ ਦੀ ਬਗਾਵਤ ਅਤੇ ਸੁਤੰਤਰਤਾ ਦਾ ਪਹਿਲਾ ਯੁੱਧ ਆਖਿਆ ਜਾਂਦਾ ਹੈ। ਇੱਕੋ ਕਿਸਮ ਦੀਆਂ ਘਟਨਾਵਾਂ ਦੇ ਸਮੂਹ ਲਈ ਇਨ੍ਹਾਂ ਵਿਭਿੰਨ ਨਾਮਾਂ ਦਾ ਕੀ ਮਹੱਤਵ ਹੈ? ਹਾਂਜੀ, ਤਾਂ ਇਸ ਦੇ ਲਈ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਦਾ ਜਿਹੜਾ ਵਿਸ਼ੇਸ਼ ਮਹੱਤਵ ਆ ਕਿ ਇਸ ਵਿੱਚੋਂ ਨਿਕਲੇ ਵਿਭਿੰਨ ਸਿੱਟਿਆਂ ਨੂੰ ਸਮਝਣਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।